ਨਾਲ 9ਵੀਂ ਜਮਾਤ ਦਾ ਅਧਿਆਇ 3 ਪਰਮਾਣੂ ਅਤੇ ਅਣੂ ਸਮਝਣ ਜਾ ਰਹੇ ਹੋ। ਪਰ ਉਸ ਨੂੰ ਸਮਝਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਪਰਮਾਣੂ ਹਨ ਇਹ ਆਕਾਰ ਵਿੱਚ ਇੰਨੇ ਜ਼ਿਆਦਾ ਛੋਟੇ ਹੁੰਦੇ ਹਨ ਕਿ ਅਸੀਂ ਇਹਨਾਂ ਨੂੰ ਨਾ ਮਾਤਰ ਮੰਨ ਸਕਦੇ ਹਾਂ। ਹੁਣ ਤੁਸੀਂ ਸੋਚੋਗੇ ਜਿਨ੍ਹਾਂ ਦਾ ਆਕਾਰ ਹੀ ਨਾ ਮਾਤਰ ਹੈ ਉਹਨਾਂ ਨੂੰ ਬਾਰੇ ਸਮਝਣ ਦੀ ਕੀ ਲੋੜ ਵੀ ਹੈ, ਰੋਚਕ ਵੀ ਹੈ ਤੇ ਜ਼ਰੂਰੀ ਵੀ ਹੈ। ਕਾਰਨ ਕਿਉਂਕਿ ਵਿਸ਼ਵ ਦੀ ਹਰੇਕ ਵਸਤੂ ਪਰਮਾਣੂਆਂ ਦੀ ਹੀ ਬਣੀ ਹੋਈ ਹੈ ਔਰ ਸਾਡੇ ਦੁਆਰਾ ਕੀਤੀਆਂ ਗਈਆਂ ਹਰ ਕਿਰਿਆ ਦਾ ਅਸਰ ਸਾਡੇ ਆਸ-ਪਾਸ ਮੌਜੂਦ ਪਰਮਾਣੂਆਂ ਉੱਤੇ ਪੈਂਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮਾਣੂਆਂ ਨੂੰ ਵੀ ਸਮਝੀਏ ਤੇ ਉਹਨਾਂ ਤੋਂ ਬਣੇ ਅਣੂਆਂ ਨੂੰ ਵੀ ਸਮਝੀਏ। ਜਦ ਇਹ ਇੰਨਾ ਇੰਟਰਸਟਿੰਗ ਹੈ ਤਾਂ ਦੇਰ ਕਿਸ ਗੱਲ ਦੀ, ਚਲੋ ਸ਼ੁਰੂ ਕਰੀਏ। ਬੱਚੋ ਅੱਜ ਤੁਸੀਂ ਮੇਰੇ ਨਾਲ ਯਾਨੀ ਕਿ ਨਿਧੀ ਪ੍ਰਾਸ਼ਰ ਸਾਇੰਸ ਮਿਸਟਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਨ ਡਿਸਟ੍ਰਿਕਟ ਰੂਪਨਗਰ ਨਾਲ 9ਵੀਂ ਜਮਾਤ ਦਾ ਅਧਿਆਇ 3 ਪਰਮਾਣੂ ਅਤੇ ਅਣੂ ਪੜ੍ਹਨ ਜਾ ਰਹੇ ਹੋ। ਅੱਜ ਦਾ ਟੌਪਿਕ ਹੈ ਪਰਮਾਣੂ ਅਤੇ ਅਣੂ, ਪਰ ਉਹਨਾਂ ਨੂੰ ਸਮਝਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਪਦਾਰਥ ਨੂੰ ਸਮਝੀਏ ਕਿ ਪਦਾਰਥ ਕੀ ਹੈ। ਤੁਸੀਂ ਆਪਣੇ ਆਲੇ ਦੁਆਲੇ ਜੋ ਵੀ ਵੇਖਦੇ ਹੋ ਉਹ ਸਭ ਪਦਾਰਥ ਹਨ। ਜਿਵੇਂ ਤੁਸੀਂ ਆਪਣੇ ਆਸ-ਪਾਸ ਕੋਈ ਖੇਲ ਜਿੱਦਾਂ ਇਹ ਫੁੱਟਬਾਲ ਦੇਖਿਆ ਜਾਂ ਫਿਰ ਇਹ ਕੁਰਸੀ ਵੇਖੀ, ਇਹ ਸਾਰੀਆਂ ਚੀਜ਼ਾਂ ਹੀ ਪਦਾਰਥ ਹਨ ਔਰ ਦੁਨੀਆ ਦਾ ਹਰੇਕ ਪਦਾਰਥ ਪਰਮਾਣੂਆਂ ਤੋਂ ਹੀ ਬਣਿਆ ਹੋਇਆ ਹੈ। ਤੁਸੀਂ ਆਪਣੇ ਪਿਛਲੇ ਅਧਿਆਇ ਵਿੱਚ ਪੜ੍ਹ ਚੁੱਕੇ ਹੋ ਕਿ ਪਦਾਰਥ ਕੀ ਹੈ। ਇੱਕ ਵਾਰ ਅਸੀਂ ਉਸ ਨੂੰ ਫਿਰ ਤੋਂ ਰਿਵਾਈਜ਼ ਕਰਾਂਗੇ। ਇਹ ਸਾਰੀਆਂ ਵਸਤੂਆਂ ਦਾ ਪੁੰਜ ਹੁੰਦਾ ਹੈ ਅਤੇ ਇਹ ਕੁਝ ਥਾਂ ਜਾਂ ਆਇਤਨ ਉਹਨੂੰ ਕਹਿ ਲਓ, ਆਇਤਨ ਘੇਰਦੀਆਂ ਹਨ। ਮਤਲਬ ਪਦਾਰਥ ਹਰ ਉਹ ਚੀਜ਼ ਹੈ ਜਿਸ ਦਾ ਪੁੰਜ ਹੋਵੇ ਅਤੇ ਉਹ ਕੁਝ ਥਾਂ ਘੇਰਨ। ਅਸੀਂ ਅਧਿਆਇ 1 ਵਿੱਚ ਇਹ ਪੜ੍ਹ ਚੁੱਕੇ ਹਾਂ ਕਿ ਪਦਾਰਥ ਕਣਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ ਜਿਨ੍ਹਾਂ ਦਾ ਆਕਾਰ ਬਹੁਤ ਹੀ ਛੋਟਾ ਹੁੰਦਾ ਹੈ। ਹੁਣ ਅਸੀਂ ਪਦਾਰਥ ਦੀ ਵੰਡ ਬਾਰੇ ਭਾਰਤ ਦਾ ਪੁਰਾਤਨ ਵਿਚਾਰ ਸਮਝਾਂਗੇ। ਪੁਰਾਤਨ ਭਾਰਤੀ ਅਤੇ ਯੂਨਾਨੀ ਦਾਰਸ਼ਨਿਕ ਪਦਾਰਥ ਦੇ ਅਗਿਆਤ ਅਤੇ ਅਦਿੱਖ ਰੂਪਾਂ ਤੋਂ ਹਮੇਸ਼ਾ ਹੈਰਾਨ ਹੁੰਦੇ ਰਹੇ। ਪਦਾਰਥ ਦੀ ਵੰਡ ਦੇ ਵਿਸ਼ੇ ਬਾਰੇ ਭਾਰਤ ਵਿੱਚ ਬਹੁਤ ਸਮਾਂ ਪਹਿਲਾਂ ਲਗਭਗ 500 ਈਸਵੀ ਸਦੀ ਪਹਿਲਾਂ ਵਿਚਾਰ ਪੇਸ਼ ਕੀਤਾ ਗਿਆ। ਭਾਰਤੀ ਦਾਰਸ਼ਨਿਕ ਮਹਾਰਿਸ਼ੀ ਕਰਨਾਡ ਨੇ ਇਹ ਨੁਕਤਾ ਦਿੱਤਾ ਸੀ, ਜੇ ਅਸੀਂ ਪਦਾਰਥ ਨੂੰ ਵੰਡਦੇ ਜਾਈਏ ਤਾਂ ਸਾਨੂੰ ਛੋਟੇ-ਛੋਟੇ ਕਣ ਪ੍ਰਾਪਤ ਹੁੰਦੇ ਜਾਣਗੇ ਅਤੇ ਅੰਤ ਵਿੱਚ ਇੱਕ ਸੀਮਾ ਆਵੇਗੀ ਜਦੋਂ ਪ੍ਰਾਪਤ ਕਣ ਨੂੰ ਹੋਰ ਵੰਡਿਆ ਨਹੀਂ ਜਾ ਸਕੇਗਾ, ਭਾਵ ਸੂਖਮਤਮ ਕਣ ਅਣਵੰਡਿਆ ਰਹੇਗਾ। ਇਸ ਨਾ ਵੰਡਣ ਯੋਗ ਸੂਖਮਤਮ ਕਣ ਨੂੰ ਉਹਨਾਂ ਨੇ ਪਰਮਾਣੂ ਕਿਹਾ। ਪਰਮਾਣੂ ਨੂੰ ਇੰਗਲਿਸ਼ ਵਿੱਚ ਐਟਮ ਵੀ ਕਿਹਾ ਜਾਂਦਾ ਹੈ। ਇੱਕ ਹੋਰ ਭਾਰਤੀ ਦਾਰਸ਼ਨਿਕ ਫਕੁਦਾ ਕਾਤਿਆਯਨ ਨੇ ਇਸ ਮਤ ਨੂੰ ਵਿਸਥਾਰ ਨਾਲ ਸਮਝਾਇਆ ਅਤੇ ਕਿਹਾ ਕਿ ਇਹ ਕਣ ਆਮ ਤੌਰ ਤੇ ਸੰਯੁਕਤ ਰੂਪ ਵਿੱਚ ਮਿਲਦੇ ਹਨ ਜੋ ਸਾਨੂੰ ਪਦਾਰਥ ਦੇ ਵੱਖ-ਵੱਖ ਰੂਪਾਂ ਨੂੰ ਪ੍ਰਦਾਨ ਕਰਦੇ ਹਨ। ਬੱਚੋ ਇਹ ਸਾਰੇ ਵਿਚਾਰ ਦਾਰਸ਼ਨਿਕ ਹਨ ਅਤੇ ਸਾਨੂੰ ਪਤਾ ਹੈ ਕਿ ਵਿਗਿਆਨ ਵਿੱਚ ਕਿਸੇ ਵੀ ਵਿਚਾਰ ਨੂੰ ਸਿੱਧ ਕਰਨ ਲਈ ਪ੍ਰਯੋਗ ਦੀ ਲੋੜ ਹੁੰਦੀ ਹੈ। ਤੁਹਾਨੂੰ ਪ੍ਰਯੋਗ ਦੇ ਆਧਾਰ ਤੇ ਦੱਸਣਾ ਪਏਗਾ ਕਿ ਹਾਂ ਇਹ ਸੰਭਵ ਹੈ। ਹੁਣ ਪ੍ਰਯੋਗ ਨੂੰ ਕਰਨ ਦੀ ਵੀ ਇੱਕ ਖਾਸ ਵਿਧੀ ਹੁੰਦੀ ਹੈ। ਉਸ ਵਿੱਚ ਪਹਿਲਾਂ ਤਾਂ ਬਹੁਤ ਹੀ ਸਪਸ਼ਟ ਰੂਪ 'ਚ ਤੁਹਾਨੂੰ ਆਪਣਾ ਉਦੇਸ਼ ਪਤਾ ਹੋਣਾ ਚਾਹੀਦਾ ਹੈ। ਉਦੇਸ਼ ਇਸ ਲਈ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਔਰ ਕੀ ਸਿੱਧ ਕਰਨਾ ਚਾਹੁੰਦੇ ਹੋ। ਜੇ ਮੰਨ ਲਓ ਮੈਂ ਤੁਹਾਡੇ ਰੋਜ਼ਾਨਾ ਜੀਵਨ ਵਿੱਚੋਂ ਇੱਕ ਉਦਾਹਰਨ ਲਵਾਂ, ਜੇ ਤੁਸੀਂ ਕਿਤੇ ਬਾਹਰ ਜਾਣਾ ਹੋਵੇ ਤਾਂ ਤੁਹਾਨੂੰ ਘਰ ਤੋਂ ਨਿਕਲਦੇ ਵਕਤ ਹੀ ਪਤਾ ਹੁੰਦਾ ਹੈ ਕਿ ਤੁਸੀਂ ਕਿਹੜੀ ਬੱਸ ਲਓਗੇ ਅਤੇ ਤੁਸੀਂ ਕਿੱਥੇ ਜਾਣਾ ਹੈ। ਇਸੇ ਤਰ੍ਹਾਂ ਪ੍ਰਯੋਗ ਨੂੰ ਕਰਦੇ ਵਕਤ ਵੀ ਤੁਹਾਨੂੰ ਆਪਣਾ ਜਿਹੜਾ ਉਦੇਸ਼ ਹੈ ਉਹ ਬਹੁਤ ਹੀ ਕਲੀਅਰਲੀ ਪਤਾ ਹੋਣਾ ਚਾਹੀਦਾ ਹੈ। ਆਪਣਾ ਉਦੇਸ਼ ਕਲੀਅਰਲੀ ਪਤਾ ਲੱਗਣ ਤੋਂ ਬਾਅਦ ਤੁਸੀਂ ਉਸ ਪ੍ਰਯੋਗ ਨੂੰ ਕਰਦੇ ਹੋ ਔਰ ਉਸ ਪ੍ਰਯੋਗ ਨੂੰ ਕਰਨ ਦੀ ਵੀ ਇੱਕ ਖਾਸ ਵਿਧੀ ਤੁਸੀਂ ਨਿਸ਼ਚਿਤ ਕਰਦੇ ਹੋ। ਜਦੋਂ ਤੁਸੀਂ ਇੱਕ ਖਾਸ ਵਿਧੀ ਨਾਲ ਤੁਸੀਂ ਉਸ ਪ੍ਰਯੋਗ ਨੂੰ ਕਰਦੇ ਹੋ ਤਾਂ ਉਹ ਇਸ ਲਈ ਕੀਤੇ ਜਾਂਦੇ ਹਨ ਤਾਂ ਕਿ ਤੁਸੀਂ ਬਹੁਤ ਬਾਰੀਕੀ ਨਾਲ ਉਸ ਵਿੱਚ ਹੋਣ ਵਾਲੇ ਅਵਲੋਕਨਾਂ ਨੂੰ ਦੇਖ ਸਕੋ। ਉਸ ਵਿੱਚ ਤੁਸੀਂ ਸਾਰੇ ਅਵਲੋਕਨਾਂ ਨੂੰ ਬੜੀ ਹੀ ਗਹਿਰਾਈ ਨਾਲ ਕਰਦੇ ਹੋ ਅਤੇ ਇਹਨਾਂ ਗਹਿਰਾਈ ਨਾਲ ਕੀਤੇ ਗਏ ਅਵਲੋਕਨਾਂ ਤੋਂ ਤੁਸੀਂ ਇੱਕ ਸਿੱਟੇ ਤੇ ਪਹੁੰਚਦੇ ਹੋ।
ਇਹ ਸਿੱਟਾ ਹੀ ਉਹ ਆਧਾਰ ਹੈ ਜਿਸ ਨਾਲ ਅਸੀਂ ਵਿਗਿਆਨ ਵਿੱਚ ਕਿਸੇ ਚੀਜ਼ ਨੂੰ ਸਿੱਧ ਕਰਦੇ ਹਾਂ। ਇਸ ਲਈ ਹੁਣ ਅੱਗੇ ਅਸੀਂ ਜਦ ਵਿਗਿਆਨਿਕ ਆਧਾਰ ਤੇ ਅਸੀਂ ਇਸ ਪਾਠ ਨੂੰ ਪੜਾਂਗੇ ਤਾਂ ਉਸ ਵਿੱਚ ਤੁਸੀਂ ਆਪਣੇ ਉਦੇਸ਼, ਫਿਰ ਉਸ ਵਿੱਚ ਇੱਕ ਵਿਧੀ, ਕਿਸੇ ਵੀ ਖਾਸ ਵਿਧੀ ਨਾਲ ਕੀਤੇ ਗਏ ਪ੍ਰਯੋਗ, ਉਸ ਵਿੱਚ ਹੋਏ ਅਵਲੋਕਨ ਨੂੰ ਬਹੁਤ ਧਿਆਨ ਨਾਲ ਦੇਖਣਾ ਹੈ, ਤਾਂ ਹੀ ਤੁਸੀਂ ਉਸ ਦੇ ਸਿੱਟੇ ਨੂੰ ਬਹੁਤ ਕਲੀਅਰਲੀ ਸਮਝ ਸਕੋਗੇ। 18ਵੀਂ ਸਦੀ ਦੇ ਅੰਤ ਤੱਕ ਵਿਗਿਆਨਿਕਾਂ ਨੇ ਤੱਤਾਂ ਅਤੇ ਯੌਗਿਕਾਂ ਨੂੰ ਸਮਝ ਲਿਆ ਅਤੇ ਹੁਣ ਉਹ ਇਹ ਪਤਾ ਕਰਨਾ ਚਾਹੁੰਦੇ ਸਨ ਕਿ ਤੱਤ ਕਿਵੇਂ ਅਤੇ ਕਿਉਂ ਸੰਯੋਗ ਕਰਦੇ ਹਨ, ਅਤੇ ਉਹ ਇਹ ਵੀ ਸਮਝਣਾ ਚਾਹੁੰਦੇ ਸਨ ਜਦੋਂ ਤੱਤ ਆਪਸ ਵਿੱਚ ਸੰਯੋਗ ਕਰਦੇ ਹਨ ਤਾਂ ਕੀ ਹੁੰਦਾ ਹੈ। ਹੁਣ ਇਹੀ ਉਹ ਆਧਾਰ ਸੀ ਜਿਸ ਨੇ ਵਿਗਿਆਨ ਦੀ ਖੋਜ ਨੂੰ ਇੱਕ ਦਿਸ਼ਾ ਦਿੱਤੀ। ਇਸੇ ਆਧਾਰ ਤੇ ਅਸੀਂ ਇਸ ਪਾਠ ਨੂੰ ਵੀ ਸਮਝਾਂਗੇ। ਹੁਣ ਅਸੀਂ ਸਮਝਾਂਗੇ ਰਸਾਇਣਿਕ ਸੰਯੋਜਨ ਦੇ ਦੋ ਮਹੱਤਵਪੂਰਨ ਨਿਯਮਾਂ ਦੀ ਸਥਾਪਨਾ ਕਿਸ ਪ੍ਰਕਾਰ ਹੋਈ। ਵਿਗਿਆਨਿਕ ਐਂਟੋਨੀ ਐਲ ਲਵੋਇਜ਼ਰ ਨੇ ਰਸਾਇਣਿਕ ਸੰਯੋਜਨ ਦੇ ਦੋ ਮਹੱਤਵਪੂਰਨ ਨਿਯਮਾਂ ਨੂੰ ਸਥਾਪਿਤ ਕੀਤਾ, ਜਿਸ ਨੇ ਰਸਾਇਣ ਵਿਗਿਆਨ ਨੂੰ ਮਹੱਤਵਪੂਰਨ ਆਧਾਰ ਦਿੱਤਾ। ਰਸਾਇਣਿਕ ਸੰਯੋਜਨ ਦੇ ਨਿਯਮ ਯਾਨੀ ਕਿ ਲਾਜ਼ ਆਫ ਕੈਮੀਕਲ ਕੰਬੀਨੇਸ਼ਨ ਹੇਠ ਲਿਖੇ ਹਨ। ਪਹਿਲਾ ਨਿਯਮ ਹੈ ਪੁੰਜ ਸੁਰੱਖਿਅਨ ਦਾ ਨਿਯਮ ਯਾਨੀ ਕਿ ਲਾ ਆਫ ਕੰਜ਼ਰਵੇਸ਼ਨ ਆਫ ਮਾਸ, ਅਤੇ ਦੂਜਾ ਨਿਯਮ ਹੈ ਸਥਿਰ ਅਨੁਪਾਤ ਦਾ ਨਿਯਮ ਯਾਨੀ ਕਿ ਲਾ ਆਫ ਕਾਂਸਟੈਂਟ ਪ੍ਰੋਪੋਰਸ਼ਨਸ। ਹੁਣ ਅਸੀਂ ਇਹਨਾਂ ਹੀ ਦੋ ਨਿਯਮਾਂ ਨੂੰ ਡਿਟੇਲ ਨਾਲ ਸਮਝਾਂਗੇ ਅਗਲੀ ਸਲਾਈਡ ਵਿੱਚ। ਹਾਂਜੀ, ਅਸੀਂ ਜਿਹੜੇ ਨਿਯਮਾਂ ਦੀ ਗੱਲ ਕੀਤੀ ਉਸ ਵਿੱਚੋਂ ਪਹਿਲਾ ਨਿਯਮ ਸੀ ਪੁੰਜ ਸੁਰੱਖਿਅਨ ਦਾ ਨਿਯਮ ਯਾਨੀ ਕਿ ਲਾ ਆਫ ਕੰਜ਼ਰਵੇਸ਼ਨ ਆਫ ਮਾਸ। ਇਸ ਨੂੰ ਸਮਝਣ ਲਈ ਅਸੀਂ ਅਧਿਆਇ ਦੀ ਕਿਰਿਆ 3.1 ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਔਰ ਉਹਨਾਂ ਨੂੰ ਸਮਝਣ ਦੇ ਬਾਅਦ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਰਸਾਇਣਿਕ ਪਰਿਵਰਤਨ ਪੂਰੇ ਹੁੰਦੇ ਹਨ ਜਾਂ ਕੋਈ ਰਸਾਇਣਿਕ ਪ੍ਰਤੀਕਿਰਿਆ ਪੂਰੀ ਹੁੰਦੀ ਹੈ ਤਾਂ ਕੀ ਪੁੰਜ ਵਿੱਚ ਕੋਈ ਪਰਿਵਰਤਨ ਹੁੰਦਾ ਹੈ। ਭਾਵ ਜਿਹੜੀ ਕਿਰਿਆ ਮੈਂ ਹੁਣ ਅੱਗੇ ਤੁਹਾਨੂੰ ਸਮਝਾਉਂਗੀ ਤਾਂ ਉਸ ਵਿੱਚ ਤੁਸੀਂ ਇਹੀ ਦੇਖਣਾ ਹੈ ਕਿ ਰਸਾਇਣਿਕ ਕਿਰਿਆ ਤੋਂ ਪਹਿਲਾਂ ਜਿਹੜਾ ਅਵਿਕਾਰਕਾਂ ਦਾ ਪੁੰਜ ਹੈ ਕੀ ਉਹ ਰਸਾਇਣਿਕ ਕਿਰਿਆ ਹੋਣ ਤੋਂ ਬਾਅਦ ਉਤਪਾਦਾਂ ਦੇ ਪੁੰਜ ਦੇ ਬਰਾਬਰ ਹੈ ਜਾਂ ਉਸ ਪੁੰਜ ਵਿੱਚ ਕੋਈ ਪਰਿਵਰਤਨ ਆਂਦਾ ਹੈ। ਤੁਸੀਂ ਇਹੀ ਇਸ ਪ੍ਰਯੋਗ ਦੇ ਦੁਆਰਾ ਸਮਝਣ ਦੀ ਕੋਸ਼ਿਸ਼ ਕਰੋਗੇ। ਹੁਣ ਅਸੀਂ ਪਹੁੰਚ ਚੁੱਕੇ ਹਾਂ ਪੁੰਜ ਸੁਰੱਖਿਅਨ ਦਾ ਨਿਯਮ ਯਾਨੀ ਕਿ ਲਾ ਆਫ ਕੰਜ਼ਰਵੇਸ਼ਨ ਆਫ ਮਾਸ ਨੂੰ ਸਮਝਣ ਲਈ ਕਿਤਾਬ ਵਿੱਚ ਦਿੱਤੀ ਗਈ ਕਿਰਿਆ ਨੰਬਰ 3.1 ਉੱਤੇ। ਜੇਕਰ ਤੁਸੀਂ ਇਸ ਵਿੱਚ ਲਾਈ ਗਈ ਅਸੈਂਬਲੀ ਜਾਂ ਆਪਰੇਟਸ ਨੂੰ ਦੇਖਦੇ ਹੋ ਤਾਂ ਤੁਹਾਨੂੰ ਪਤਾ ਚੱਲੇਗਾ ਇਸ ਵਿੱਚ ਇੱਕ x ਦਾ ਘੋਲ ਲਿਆ ਗਿਆ ਹੈ ਅਤੇ ਦੂਜਾ y ਦਾ ਘੋਲ ਹੈ। ਇਹ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦੇ, ਇਹ ਤੁਹਾਨੂੰ ਜਿਹੜੇ ਸੈੱਟ ਦਿੱਤੇ ਗਏ ਹਨ ਉਸ ਦੇ ਅਨੁਸਾਰ ਹੀ ਲੈਣੇ ਹਨ। ਇਸ ਵਿੱਚ ਵੱਖ-ਵੱਖ ਪੋਸੀਬਲ ਸੈੱਟ ਹੋ ਸਕਦੇ ਹਨ। ਮੰਨ ਲਓ ਤੁਸੀਂ ਇਹ ਦੂਜੇ ਵਾਲਾ ਸੈੱਟ ਲਿਆ, ਭਾਵ ਬੇਰੀਅਮ ਕਲੋਰਾਈਡ ਅਤੇ ਸੋਡੀਅਮ ਸਲਫੇਟ, ਤਾਂ ਤੁਸੀਂ ਇਹਨਾਂ ਦੇ 5% ਦੇ ਘੋਲ ਤਿਆਰ ਕਰਨੇ ਹਨ, ਜਿਸ ਵਿੱਚ ਬੇਰੀਅਮ ਜਦੋਂ ਤੁਸੀਂ 5% ਵਾਲਾ ਇਹ ਘੋਲ ਤਿਆਰ ਕਰੋਗੇ ਤਾਂ ਇਸ ਵਿੱਚ ਤੁਸੀਂ 1.22 ਗ੍ਰਾਮ ਬੇਰੀਅਮ ਕਲੋਰਾਈਡ ਲੈਣਾ ਹੈ ਔਰ ਇਹ ਘੋਲ ਪਾਣੀ ਵਿੱਚ ਤਿਆਰ ਕਰਨਾ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਸੋਡੀਅਮ ਸਲਫੇਟ ਦਾ ਘੋਲ ਤਿਆਰ ਕਰੋਗੇ ਤਾਂ ਉਸ ਵਿੱਚ ਵੀ ਤੁਸੀਂ ਪਾਣੀ ਹੀ ਲੈਣਾ ਹੈ, ਜਿਸ ਵਿੱਚ 1.53 ਗ੍ਰਾਮ ਸੋਡੀਅਮ ਸਲਫੇਟ ਘੋਲਣਾ ਹੈ। ਹੁਣ ਅਸੀਂ ਇਸ ਪ੍ਰਯੋਗ ਨੂੰ ਹੋਰ ਜ਼ਿਆਦਾ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਵਿੱਚ ਅਸੀਂ x ਅਤੇ y ਦੇ ਘੋਲ ਨੂੰ ਕੋਨਿਕਲ ਫਲਾਸਕ ਜਾਂ ਤਿਕੋਣੀ ਸੁਰਾਹੀ ਵਿੱਚ ਹੁੰਦੇ ਹੋਏ ਵੀ ਪਹਿਲਾਂ ਸ਼ੁਰੂ ਵਿੱਚ ਵੱਖ-ਵੱਖ ਰੱਖਾਂਗੇ। ਹੁਣ ਤੁਸੀਂ ਇਹ ਦੇਖੋ ਕਿ ਇਸ ਵਿੱਚ ਜਿਹੜਾ x ਘੋਲ ਮੌਜੂਦ ਹੈ ਉਹ x ਘੋਲ ਜਿਹੜਾ ਹੈ ਉਹ ਛੋਟੀ ਜਲਣ ਨਲੀ ਯਾਨੀ ਕਿ ਇਗਨੀਸ਼ਨ ਟਿਊਬ ਵਿੱਚ ਮੌਜੂਦ ਹੈ, ਤੇ ਦੂਜਾ ਘੋਲ ਜਿਹੜਾ y ਘੋਲ ਹੈ ਉਹ ਕੋਨਿਕਲ ਫਲਾਸਕ ਵਿੱਚ ਮੌਜੂਦ ਹੈ। ਸ਼ੁਰੂ ਵਿੱਚ ਇਹ ਦੋਨੋਂ ਜਿਹੜੇ ਘੋਲ ਹਨ
ਉਹ ਹੋਣਗੇ ਤਾਂ ਸੇਮ ਕੋਨਿਕਲ ਫਲਾਸਕ ਵਿੱਚ ਹੁੰਦੇ ਹੋਏ ਵੀ ਉਹ ਵੱਖ-ਵੱਖ ਹੋਣਗੇ ਤੇ ਤੁਸੀਂ ਇਸ ਦਾ ਪੁੰਜ ਆਪਣੇ ਬੈਲੈਂਸ ਦੇ ਦੁਆਰਾ ਤੋਲੋਗੇ। ਭਾਵ ਤੁਸੀਂ ਇਸ ਦਾ ਪੁੰਜ ਨਾਪੋਗੇ ਕਿ ਕਿੰਨਾ ਹੈ। ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ, ਜਦ ਤੁਹਾਨੂੰ ਇਸ ਦਾ ਦੋਨਾਂ ਦਾ ਪੁੰਜ ਪਤਾ ਲੱਗ ਗਿਆ, ਇਸ ਵਿੱਚ ਕੀ ਹੈ, ਜਿਹੜੇ ਅਭਿਕਾਰਕ ਹਨ ਦੋਨੋਂ ਉਹ ਵੱਖ-ਵੱਖ ਹਨ, ਉਹਨਾਂ ਵਿੱਚ ਆਪਸ ਵਿੱਚ ਕੋਈ ਰਸਾਇਣਿਕ ਕਿਰਿਆ ਨਹੀਂ ਹੋਈ। ਹੁਣ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇਸ ਕੋਨਿਕਲ ਫਲਾਸਕ ਨੂੰ ਇਸ ਤਰ੍ਹਾਂ ਨਾਲ ਟੇਢੇ ਕਰਨਾ ਹੈ ਕਿ ਜਿਹੜਾ ਇਗਨੀਸ਼ਨ ਟਿਊਬ ਵਿੱਚ ਘੋਲ ਹੈ ਉਹ ਜਾ ਕੇ ਕੋਨਿਕਲ ਫਲਾਸਕ ਦੇ ਘੋਲ ਵਿੱਚ ਮਿਲ ਜਾਵੇ, ਯਾਨੀ ਕਿ x ਦਾ ਘੋਲ y ਦੇ ਘੋਲ ਨਾਲ ਮਿਲ ਜਾਵੇ। ਜਦੋਂ x ਔਰ y ਆਪਸ ਵਿੱਚ ਮਿਲ ਜਾਣਗੇ ਤਾਂ ਉਸ ਵਿੱਚ ਇੱਕ ਰਸਾਇਣਿਕ ਕਿਰਿਆ ਹੋਵੇਗੀ ਤੇ ਨਵਾਂ ਉਤਪਾਦ ਬਣੇਗਾ। ਉਸ ਤੋਂ ਬਾਅਦ ਤੁਸੀਂ ਦੁਬਾਰਾ ਇਸੀ ਕੋਨਿਕਲ ਫਲਾਸਕ ਦੇ ਜਿਹੜੇ ਪੁੰਜ ਹੈ ਉਸ ਨੂੰ ਪਤਾ ਕਰਨਾ ਹੈ, ਤੋਲਣਾ ਹੈ। ਫਿਰ ਤੁਸੀਂ ਇਹ ਦੇਖਣ ਦੀ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਰਸਾਇਣਿਕ ਕਿਰਿਆ ਹੋਣ ਤੋਂ ਬਾਅਦ ਪੁੰਜ ਵਿੱਚ ਕੋਈ ਪਰਿਵਰਤਨ ਆਇਆ ਹੈ, ਔਰ ਤੁਹਾਨੂੰ ਇਹ ਪਤਾ ਚੱਲੇਗਾ ਕਿ ਕੋਨਿਕਲ ਫਲਾਸਕ ਦਾ ਪੁੰਜ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਜਿੰਨਾ ਪੁੰਜ ਉਸਦਾ ਰਸਾਇਣਿਕ ਕਿਰਿਆ ਹੋਣ ਤੋਂ ਪਹਿਲਾਂ ਸੀ ਉਨਾ ਹੀ ਬਾਅਦ ਵਿੱਚ ਹੈ, ਜਿਸ ਨਾਲ ਇਹ ਸਿੱਧ ਹੋਏਗਾ ਕਿ ਇਹ ਪੁੰਜ ਸੁਰੱਖਿਆ ਨਿਯਮ ਦੀ ਇੱਥੇ ਪਾਲਣਾ ਹੋ ਰਹੀ ਹੈ। ਭਾਵ ਅਭਿਕਾਰਕਾਂ ਦਾ ਕੁੱਲ ਪੁੰਜ ਉਤਪਾਦਾਂ ਦੇ ਕੁੱਲ ਪੁੰਜ ਦੇ ਬਰਾਬਰ ਹੈ। ਹਾਂਜੀ, ਪੁੰਜ ਸੁਰੱਖਿਆ ਨਿਯਮ ਨੂੰ ਸਮਝਣ ਲਈ ਅਸੀਂ ਕਿਰਿਆ 3.1 ਨੂੰ ਸਮਝਿਆ ਅਤੇ ਕਿਰਿਆ 3.1 ਨੂੰ ਸਮਝਣ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚੇ ਕਿ ਇਸ ਨਿਯਮ ਦੇ ਅਨੁਸਾਰ ਕਿਸੇ ਵੀ ਰਸਾਇਣਿਕ ਪ੍ਰਤੀਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਵਿਨਾਸ਼। ਤੁਹਾਨੂੰ ਯਾਦ ਹੋਵੇਗਾ ਕਿ ਕਿਰਿਆ ਵਿੱਚ ਕੁਝ ਘੋਲਾਂ ਦੇ ਸੈੱਟ ਦਿੱਤੇ ਗਏ ਸਨ। ਉਹਨਾਂ ਵਿੱਚੋਂ ਇੱਕ ਸੈੱਟ ਸੀ ਬੇਰੀਅਮ ਕਲੋਰਾਈਡ ਐਕਵਸ ਅਤੇ ਸੋਡੀਅਮ ਸਲਫੇਟ ਐਕਵਸ ਦਾ। ਇਸ ਵਿੱਚ ਐਕਵਸ ਸ਼ਬਦ ਦਾ ਮਤਲਬ ਇਹ ਹੈ ਕਿ ਜਿਹੜਾ ਘੋਲ ਹੈ ਉਸ ਨੂੰ ਪਾਣੀ ਵਿੱਚ ਤਿਆਰ ਕੀਤਾ ਗਿਆ ਹੈ। ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਘੋਲ ਅਸੀਂ 5% ਲੈਣਾ ਸੀ। ਹੁਣ ਅਗਰ ਅਸੀਂ ਬੇਰੀਅਮ ਕਲੋਰਾਈਡ ਨੂੰ X ਮੰਨ ਲਈਏ ਅਤੇ ਸੋਡੀਅਮ ਸਲਫੇਟ ਨੂੰ Y ਮੰਨ ਲਈਏ ਤਾਂ ਜਦੋਂ ਅਸੀਂ ਇਹਨਾਂ ਦੋਨੋਂ ਅਭਿਕਾਰਕਾਂ ਦਾ ਵੱਖ-ਵੱਖ ਪੁੰਜ ਲੈਂਦੇ ਹਾਂ ਔਰ ਉਸ ਤੋਂ ਬਾਅਦ ਇਹਨਾਂ ਨੂੰ ਘੋਲਣ ਤੋਂ ਬਾਅਦ ਇਹਨਾਂ ਦਾ ਦੁਬਾਰਾ ਪੁੰਜ ਲੈਂਦੇ ਹਾਂ ਜਿਸ ਵੇਲੇ ਇਸ ਵਿੱਚ ਨਵੇਂ ਉਤਪਾਦ ਤਿਆਰ ਹੋ ਚੁੱਕੇ ਹਨ ਤਾਂ ਉਹਨਾਂ ਦਾ ਪੁੰਜ ਬਰਾਬਰ ਆਉਂਦਾ ਹੈ। ਸੋ ਇਸ ਵਿੱਚ ਜਦੋਂ ਅਸੀਂ ਬੇਰੀਅਮ ਕਲੋਰਾਈਡ ਔਰ ਸੋਡੀਅਮ ਸਲਫੇਟ ਦੀ ਰਸਾਇਣਿਕ ਕਿਰਿਆ ਕੀਤੀ ਤਾਂ ਉਸ ਵਿੱਚ ਬੇਰੀਅਮ ਸਲਫੇਟ ਅਤੇ ਸੋਡੀਅਮ ਕਲੋਰਾਈਡ ਉਤਪਾਦ ਦੇ ਤੌਰ ਤੇ ਬਣੇ। ਹੁਣ ਜੇਕਰ ਅਸੀਂ ਇਸ ਵਿੱਚ ਬੇਰੀਅਮ ਕਲੋਰਾਈਡ ਨੂੰ X ਮੰਨ ਲਈਏ ਔਰ ਸੋਡੀਅਮ ਸਲਫੇਟ ਨੂੰ Y ਮੰਨ ਲਈਏ ਤਾਂ ਉਤਪਾਦ ਜਿਹੜੇ ਬਣੇ ਉਹਨਾਂ ਨੂੰ A ਅਤੇ B ਮੰਨ ਲਈਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ X ਅਤੇ Y ਜਿਹੜੇ ਕਿ ਅਭਿਕਾਰਕ ਹਨ ਉਹਨਾਂ ਦਾ ਕੁੱਲ ਪੁੰਜ ਉਤਪਾਦਾਂ ਯਾਨੀ ਕਿ A ਜਮਾ B ਦੇ ਬਰਾਬਰ ਹੋਏਗਾ। ਭਾਵ ਅਭਿਕਾਰਕਾਂ ਦਾ ਕੁੱਲ ਪੁੰਜ ਉਤਪਾਦਾਂ ਦੇ ਕੁੱਲ ਪੁੰਜ ਦੇ ਬਰਾਬਰ ਹੋਏਗਾ। ਹੁਣ ਤੱਕ ਅਸੀਂ ਰਸਾਇਣਿਕ ਸੰਯੋਜਨ ਦੇ ਪਹਿਲੇ ਨਿਯਮ ਯਾਨੀ ਕਿ ਪੁੰਜ ਸੁਰੱਖਿਅਨ ਦੇ ਨਿਯਮ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ। ਹੁਣ ਇਸੇ ਰਸਾਇਣਿਕ ਸੰਯੋਜਨ ਦੇ ਦੂਜੇ ਨਿਯਮ ਤੇ ਅਸੀਂ ਆਉਂਦੇ ਹਾਂ। ਇਹ ਨਿਯਮ ਹੈ ਸਥਿਰ ਅਨੁਪਾਤ ਦਾ ਨਿਯਮ ਯਾਨੀ ਕਿ ਲਾ ਆਫ ਕਨਸਟੈਂਟ ਪ੍ਰੋਪੋਰਸ਼ਨਸ। ਇਸ ਲਾ ਨੂੰ ਸਮਝਣ ਲਈ ਅਸੀਂ ਧਿਆਨ ਦੇਵਾਂਗੇ ਕਿ ਕਿਸੇ ਵੀ ਇੱਕ ਸ਼ੁੱਧ ਯੌਗਿਕ ਵਿੱਚ ਤੱਤ ਹਮੇਸ਼ਾ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਹੁੰਦੇ ਹਨ। ਇਸ ਨਿਯਮ ਨੂੰ ਸਮਝਣ ਲਈ ਅਸੀਂ ਜਿਸ ਯੌਗਿਕ ਦਾ ਉਦਾਹਰਣ ਲੈ ਰਹੇ ਹਾਂ, ਜਿਸ ਸ਼ੁੱਧ ਯੌਗਿਕ ਦਾ ਉਦਾਹਰਣ ਲੈ ਰਹੇ ਹਾਂ ਉਹ ਹੈ ਪਾਣੀ। ਤੁਹਾਨੂੰ ਪਤਾ ਹੈ ਕਿ ਪਾਣੀ ਦਾ ਫਾਰਮੂਲਾ ਹੁੰਦਾ ਹੈ H2O। ਸਥਿਰ ਅਨੁਪਾਤ ਦੇ ਨਿਯਮ ਦੇ ਅਨੁਸਾਰ ਕਿਸੇ ਵੀ ਇੱਕ ਸ਼ੁੱਧ ਯੌਗਿਕ, ਮੰਨ ਲਓ ਉਹ ਯੌਗਿਕ ਅਸੀਂ ਲਿਆ ਪਾਣੀ, ਵਿੱਚ ਨਿਸ਼ਚਿਤ ਤੱਤ ਹਮੇਸ਼ਾ ਇੱਕ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਅਸੀਂ ਇੱਕ ਸ਼ੁੱਧ ਯੌਗਿਕ ਲਿਆ ਪਾਣੀ ਤਾਂ ਉਸ ਵਿੱਚ ਨਿਸ਼ਚਿਤ ਤੱਤ ਹੀ ਮੌਜੂਦ ਹੋਣਗੇ। ਮਤਲਬ ਇਸ ਵਿੱਚ ਹਮੇਸ਼ਾ
ਹਾਈਡਰੋਜਨ ਅਤੇ ਆਕਸੀਜਨ ਹੀ ਮੌਜੂਦ ਹੋਣਗੇ। ਦੂਜੀ ਗੱਲ, ਇੱਕ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੋਣਗੇ। ਇਸ ਦਾ ਮਤਲਬ ਇਹ ਹੋਇਆ, ਜੇਕਰ ਮੈਂ 1 ਮੋਲ ਪਾਣੀ ਦਾ ਲਿਆ ਤਾਂ ਉਸ ਵਿੱਚ ਹਾਈਡਰੋਜਨ ਅਤੇ ਆਕਸੀਜਨ ਦਾ ਅਨੁਪਾਤ ਹੋਏਗਾ 2:16 ਜਾਂ 1:8, ਯਾਨੀ ਕਿ 1:8। ਇਸ ਦਾ ਮਤਲਬ ਹੁੰਦਾ ਹੈ ਕਿ ਮੰਨ ਲਓ ਤੁਹਾਡੇ ਕੋਲ 9 ਗ੍ਰਾਮ ਪਾਣੀ ਹੈ। ਹੁਣ ਉਹ ਪਾਣੀ ਕਿਤੇ ਤੋਂ ਵੀ ਹੋਵੇ, ਚਾਹੇ ਉਹ ਬਾਰਿਸ਼ ਦਾ ਪਾਣੀ ਹੋਵੇ ਜਾਂ ਉਹ ਤੁਸੀਂ ਲੈਬੋਰੇਟਰੀ ਵਿੱਚ ਤਿਆਰ ਕੀਤਾ ਹੋਵੇ ਜਾਂ ਫਿਰ ਉਹ ਕਿਸੇ ਟੈਪ ਤੋਂ ਤੁਸੀਂ ਪਾਣੀ ਲਿਆ ਹੋਵੇ ਜਾਂ ਕਿਸੇ ਖੂਹ ਤੋਂ ਲਿਆ ਹੋਵੇ। ਜਦ ਵੀ ਉਹ ਸ਼ੁੱਧ 9 ਗ੍ਰਾਮ ਪਾਣੀ ਹੈ ਤਾਂ ਉਸ ਵਿੱਚ 1 ਗ੍ਰਾਮ ਹਾਈਡਰੋਜਨ ਹੋਏਗਾ ਅਤੇ 8 ਗ੍ਰਾਮ ਆਕਸੀਜਨ ਹੋਏਗਾ। ਔਰ ਪਾਣੀ ਵਿੱਚ ਹਮੇਸ਼ਾ 2 ਹੀ ਨਿਸ਼ਚਿਤ ਰੂਪ 'ਚ ਤੱਤ ਹੋਣਗੇ, ਉਹ ਹਨ ਹਾਈਡਰੋਜਨ ਅਤੇ ਆਕਸੀਜਨ। ਸਭ ਤੋਂ ਪਹਿਲਾਂ ਆਏ ਸਨ ਪਰਮਾਣੂ ਅਤੇ ਅਣੂ ਨੂੰ ਲੈ ਕੇ ਦਾਰਸ਼ਨਿਕ ਵਿਚਾਰ। ਫਿਰ ਉਸ ਤੋਂ ਬਾਅਦ ਉਸ ਤੇ ਵਿਗਿਆਨਿਕ ਸ਼ੋਧ ਸ਼ੁਰੂ ਹੋਇਆ ਔਰ ਵਿਗਿਆਨਿਕ ਸ਼ੋਧ ਦੇ ਦੌਰਾਨ ਰਸਾਇਣਿਕ ਸੰਯੋਜਨ ਦੇ ਨਿਯਮਾਂ ਦਾ ਪਤਾ ਲੱਗਿਆ ਔਰ ਉਸ ਵੇਲੇ ਤੱਕ ਪਰਮਾਣੂ ਔਰ ਅਣੂ ਨੂੰ ਲੈ ਕੇ ਜਿੰਨੀ ਵੀ ਖੋਜ ਹੋ ਚੁੱਕੀ ਸੀ, ਉਸ ਆਧਾਰ ਤੇ ਡਾਲਟਨ ਦੇ ਪਰਮਾਣੂ ਸਿਧਾਂਤ ਦਿੱਤੇ। ਡਾਲਟਨ ਦੇ ਪਰਮਾਣੂ ਸਿਧਾਂਤ ਅਨੁਸਾਰ ਸਾਰੇ ਪਦਾਰਥ, ਭਾਵੇਂ ਤੱਤ, ਯੌਗਿਕ ਜਾਂ ਮਿਸ਼ਰਣ ਹੋਣ, ਸੂਖਮ ਕਣਾਂ ਤੋਂ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਪਰਮਾਣੂ ਕਹਿੰਦੇ ਹਨ। ਡਾਲਟਨ ਦੇ ਸਿਧਾਂਤ ਦੀ ਵਿਆਖਿਆ ਨੂੰ ਸਮਝਣ ਲਈ ਹੁਣ ਅਸੀਂ ਅਗਲੀ ਸਲਾਈਡ ਵੇਖਾਂਗੇ। ਹਾਂਜੀ, ਹੁਣ ਅਸੀਂ ਆਉਂਦੇ ਹਾਂ ਡਾਲਟਨ ਦੇ ਪਰਮਾਣੂ ਸਿਧਾਂਤ ਦੀ ਵਿਆਖਿਆ ਤੇ। ਇਸ ਵਿੱਚ ਪਹਿਲਾ ਪੁਆਇੰਟ ਹੈ, ਸਾਰੇ ਪਦਾਰਥ ਪਰਮਾਣੂਆਂ ਤੋਂ ਬਣਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਆਪਣੇ ਆਸ-ਪਾਸ ਜਿਹੜੀਆਂ ਵੀ ਵਸਤੂਆਂ ਦੇਖਦੇ ਹੋ, ਜਿੱਧਰ ਵੀ ਨਜ਼ਰ ਦੌੜਾਉਂਦੇ ਹੋ, ਚਾਹੇ ਉਹ ਕਾਪੀ, ਪੈਨ, ਪੈਨਸਲ, ਕੋਈ ਫਰਨੀਚਰ, ਕੁਰਸੀ, ਮੇਜ਼, ਪਾਣੀ, ਪੱਥਰ, ਜੋ ਮਰਜ਼ੀ ਦੇਖੋ, ਤੁਹਾਡੇ ਆਸ-ਪਾਸ ਜੋ ਵੀ ਤੁਹਾਨੂੰ ਨਜ਼ਰ ਆਉਂਦਾ ਹੈ ਅਤੇ ਪੂਰੇ ਵਿਸ਼ਵ ਵਿੱਚ ਹਰੇਕ ਚੀਜ਼, ਹਰੇਕ ਵਸਤੂ, ਹਰੇਕ ਪਦਾਰਥ ਪਰਮਾਣੂਆਂ ਤੋਂ ਹੀ ਬਣਿਆ ਹੋਇਆ ਹੈ। ਹੁਣ ਆ ਜਾਓ ਇਸ ਦੇ ਦੂਸਰੇ ਪੁਆਇੰਟ ਤੇ। ਪਰਮਾਣੂ ਨਾ ਵੰਡਣਯੋਗ ਸੂਖਮਤਮ ਕਣ ਹਨ। ਇਸ ਦਾ ਮਤਲਬ ਇਹ ਹੋਇਆ ਕਿ ਜਿੱਦਾਂ ਤੁਸੀਂ ਇੱਧਰ ਦੇਖੋ ਕਿ ਇਹ ਤੁਹਾਨੂੰ ਨਜ਼ਰ ਆ ਰਿਹਾ ਹੈ A, ਔਰ ਤੁਸੀਂ ਮੰਨ ਲਓ ਇਹ A ਦਾ ਪਰਮਾਣੂ ਹੈ ਔਰ ਇਸ ਕਥਨ ਅਨੁਸਾਰ ਜਿਹੜਾ ਇਹ A ਦਾ ਪਰਮਾਣੂ ਹੈ, ਇਸ ਨੂੰ ਅੱਗੇ ਤੋਂ ਅੱਗੇ ਵੰਡਿਆ ਨਹੀਂ ਜਾ ਸਕਦਾ। ਅਸੀਂ ਕਿਸੇ ਪਰਮਾਣੂ ਨੂੰ ਤੋੜ ਕੇ ਹੋਰ ਜ਼ਿਆਦਾ ਛੋਟਾ ਨਹੀਂ ਕਰ ਸਕਦੇ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਇਸ ਵਿੱਚ ਦੱਸੀ, ਇੰਨਾ ਤਾਂ ਸਾਨੂੰ ਸਮਝ ਆ ਗਿਆ, ਪਰਮਾਣੂ ਨਾ ਵੰਡਣਯੋਗ ਸੂਖਮਤਮ ਕਣ ਹੁੰਦੇ ਹਨ ਜੋ ਰਸਾਇਣਿਕ ਪ੍ਰਤੀਕਿਰਿਆ ਵਿੱਚ ਨਾ ਤਾਂ ਸਿਰਜਤ ਹੁੰਦੇ ਹਨ ਅਤੇ ਨਾ ਹੀ ਉਹਨਾਂ ਦਾ ਵਿਨਾਸ਼ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਅਸੀਂ ਇੱਥੇ ਦਿੱਤੀ ਗਈ ਇਸ ਰਸਾਇਣਿਕ ਕਿਰਿਆ ਦਾ ਉਦਾਹਰਨ ਲੈ ਲਈਏ ਤਾਂ ਇਸ ਵਿੱਚ A ਔਰ B ਆਪਸ ਵਿੱਚ ਮਿਲ ਕੇ C ਬਣਾ ਰਹੇ ਨੇ। ਤੁਸੀਂ ਦੇਖ ਰਹੇ ਹੋ A ਔਰ B ਨੇ ਮਿਲ ਕੇ ਆਪਸ ਵਿੱਚ ਕੀ ਬਣਾਇਆ? C। ਉਹ ਕਹਿੰਦਾ ਹੈ ਕਿ ਜਦੋਂ A ਔਰ B ਨੇ ਆਪਸ ਵਿੱਚ ਮਿਲ ਕੇ C ਨਾਮਕ ਉਤਪਾਦ ਬਣਾਇਆ ਤਾਂ ਵੀ ਉਸ ਰਸਾਇਣਿਕ ਪ੍ਰਤੀਕਿਰਿਆ ਵਿੱਚ ਕੋਈ ਨਵਾਂ ਪਰਮਾਣੂ ਨਹੀਂ ਬਣਿਆ, ਬਲਕਿ ਉਹ ਪੁਰਾਣੇ ਪਰਮਾਣੂ ਹੀ ਆਪਸ ਵਿੱਚ ਜੁੜ ਗਏ। ਉਦਾਹਰਨ ਦੇ ਤੌਰ ਪਰ ਜਦੋਂ ਅਸੀਂ ਹਾਈਡਰੋਜਨ ਔਰ ਆਕਸੀਜਨ ਨੂੰ ਮਿਲਾ ਕੇ ਪਾਣੀ ਬਣਾਉਂਦੇ ਹਾਂ, ਜਿਵੇਂ ਇੱਥੇ ਤੁਹਾਨੂੰ ਪਾਣੀ ਨਜ਼ਰ ਆ ਰਿਹਾ ਹੈ, ਤਾਂ ਇਹ ਜਿਹੜਾ ਪਾਣੀ ਹੈ ਇਸ ਵਿੱਚ ਹਾਈਡਰੋਜਨ ਔਰ ਆਕਸੀਜਨ ਹੀ ਹੈ। ਹਾਈਡਰੋਜਨ ਔਰ ਆਕਸੀਜਨ ਸਾਡੇ ਕੋਲ ਅਭਿਕਾਰਕ ਸਨ, ਉਹਨਾਂ ਤੋਂ ਉਤਪਾਦ ਬਣਿਆ ਪਾਣੀ। ਪਰ ਜਦ ਤੁਸੀਂ ਉਸਨੂੰ ਬਣਾ ਵੀ ਲਿਆ, ਪਾਣੀ ਬਣਾ ਲਿਆ, ਤਾਂ ਵੀ ਉਸ ਵਿੱਚ ਯੌਗਿਕ ਜ਼ਰੂਰ ਨਵਾਂ ਬਣ ਗਿਆ H2O, ਪਰ ਉਸ ਵਿੱਚ ਉਹੀ H ਅਤੇ ਉਹੀ O, ਉਹੀ ਤੱਤ ਮੌਜੂਦ ਨੇ। ਇਸ ਦਾ ਮਤਲਬ ਕੋਈ ਵੀ ਇਸ ਵਿੱਚ ਜਿਹੜਾ ਤੱਤ ਹੈ ਨਾ ਤਾਂ ਨਵਾਂ ਬਣਿਆ, ਨਾ ਹੀ ਕਿਸੇ ਪੁਰਾਣੇ ਤੱਤ ਦਾ ਵਿਨਾਸ਼ ਹੋਇਆ। ਅੱਛਾ ਜੀ, ਹੁਣ ਉਸ ਤੋਂ ਬਾਅਦ ਅਸੀਂ ਆਉਂਦੇ ਹਾਂ
ਡਾਲਟਨ ਦੇ ਪਰਮਾਣੂ ਸਿਧਾਂਤ ਦੇ ਤੀਸਰੇ ਨਿਯਮ ਦੀ ਵਿਆਖਿਆ ਉੱਤੇ। ਇਸ ਨਿਯਮ ਵਿੱਚ ਦੱਸਿਆ ਗਿਆ ਹੈ ਕਿ ਦਿੱਤੇ ਗਏ ਤੱਤ ਦੇ ਸਾਰੇ ਪਰਮਾਣੂਆਂ ਦਾ ਪੁੰਜ ਅਤੇ ਰਸਾਇਣਿਕ ਗੁਣ ਸਮਾਨ ਹੁੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜਿੱਦਾਂ ਮੰਨ ਲਓ ਇਹ ਤੁਹਾਡੇ ਕੋਲ A ਦਿੱਤਾ ਗਿਆ ਹੈ, ਠੀਕ ਹੈ। ਮੰਨ ਲਓ ਇਹ ਤੁਹਾਡੇ ਕੋਲ A ਹੈ ਤਾਂ ਇਹ ਹੈ A ਦਾ ਪਰਮਾਣੂ, ਠੀਕ ਹੈ ਜੀ। ਤਾਂ ਹੁਣ A ਦੇ ਜਿੰਨੇ ਵੀ ਪਰਮਾਣੂ ਪੂਰੇ ਵਿਸ਼ਵ ਵਿੱਚ ਮੌਜੂਦ ਹੋਣਗੇ ਉਹਨਾਂ ਸਾਰਿਆਂ ਦੇ ਰਸਾਇਣਿਕ ਗੁਣ ਅਤੇ ਉਹਨਾਂ ਦਾ ਪੁੰਜ ਸਮਾਨ ਹੋਏਗਾ। ਜੇਕਰ ਉਹ A ਹੈ ਤਾਂ ਉਸ ਦਾ ਰਸਾਇਣਿਕ ਗੁਣ ਔਰ ਪੁੰਜ ਸਮਾਨ ਰਹਿਣਗੇ, ਉਹ ਕਦੀ ਬਦਲ ਨਹੀਂ ਸਕਦੇ। ਇਹੀ ਮਤਲਬ ਹੈ ਇਸ ਤੀਸਰੇ ਪੁਆਇੰਟ ਦਾ। ਹੁਣ ਅਸੀਂ ਆਉਂਦੇ ਹਾਂ ਚੌਥੇ ਪੁਆਇੰਟ ਉੱਤੇ। ਚੌਥੇ ਪੁਆਇੰਟ ਵਿੱਚ ਦੱਸਿਆ ਗਿਆ ਕਿ ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦਾ ਪੁੰਜ ਅਤੇ ਰਸਾਇਣਿਕ ਗੁਣ ਵੱਖ-ਵੱਖ ਹੁੰਦੇ ਹਨ। ਬਿਲਕੁਲ ਸਹੀ। ਹੁਣ ਜਿੱਦਾਂ ਤੁਸੀਂ ਇਸ ਰਸਾਇਣਿਕ ਕਿਰਿਆ ਨੂੰ ਜਦੋਂ ਤੁਸੀਂ ਦੇਖਿਆ ਸੀ A ਅਤੇ B ਮਿਲ ਕੇ ਆਪਸ ਵਿੱਚ C ਬਣਾ ਰਹੇ ਸਨ, ਤਾਂ ਇਸ ਵਿੱਚ A ਦੇ ਗੁਣ ਵੱਖ ਹੋਣਗੇ ਅਤੇ B ਦੇ ਗੁਣ ਵੱਖ ਹੋਣਗੇ। ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੇ ਪੁੰਜ ਅਤੇ ਗੁਣ ਵੱਖ-ਵੱਖ ਹੁੰਦੇ ਹਨ। ਹੁਣ ਇੱਥੇ A ਦੇ ਗੁਣ ਅਲੱਗ ਹੈ ਅਤੇ B ਦੇ ਗੁਣ ਅਲੱਗ ਹੈ। ਇੱਥੇ ਅਸੀਂ ਰਸਾਇਣਿਕ ਗੁਣਾਂ ਦੀ ਗੱਲ ਕਰ ਰਹੇ ਹਾਂ। A ਦੇ ਰਸਾਇਣਿਕ ਗੁਣ ਅਤੇ B ਦੇ ਰਸਾਇਣਿਕ ਗੁਣ ਵੀ ਵੱਖ-ਵੱਖ ਹਨ ਅਤੇ ਇਹਨਾਂ ਦਾ ਪੁੰਜ ਵੀ ਵੱਖ-ਵੱਖ ਹੀ ਹੋਏਗਾ। ਅੱਛਾ ਜੀ, ਹੁਣ ਆ ਜਾਈਏ ਅਸੀਂ ਪੰਜਵੇਂ ਪੁਆਇੰਟ ਤੇ। ਪੰਜਵੇਂ ਪੁਆਇੰਟ ਦੇ ਅਨੁਸਾਰ ਵੱਖ-ਵੱਖ ਤੱਤਾਂ ਦੇ ਪਰਮਾਣੂ ਆਪਸ ਵਿੱਚ ਇੱਕ ਛੋਟੀ ਪੂਰਨ ਸੰਖਿਆ ਅਨੁਪਾਤ ਵਿੱਚ ਸੰਯੋਗ ਕਰਕੇ ਯੌਗਿਕ ਬਣਾਉਂਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਜਿਵੇਂ ਮੰਨ ਲਓ ਮੈਂ ਇੱਥੇ ਉਦਾਹਰਣ ਲੈ ਲਵਾਂ ਪਾਣੀ ਦਾ। ਹੈ ਤੁਸੀਂ ਦੇਖ ਰਹੇ ਹੋ ਪਾਣੀ ਦਾ। ਹੁਣ ਇਹ ਜਦੋਂ ਮੈਂ ਪਾਣੀ ਦਾ ਉਦਾਹਰਣ ਲਿਆ ਤਾਂ ਇਸ ਵਿੱਚ ਤੁਸੀਂ ਦੇਖੋ H ਕਿੰਨੇ ਨੇ 2, ਠੀਕ ਹੈ ਜੀ। ਔਰ ਇਸ ਵਿੱਚ H ਤੁਹਾਨੂੰ 2 ਨਜ਼ਰ ਆ ਰਹੇ ਨੇ ਔਰ ਇਸ ਵਿੱਚ ਆਕਸੀਜਨ 1 ਹੈ। ਤਾਂ ਇਸ ਦਾ ਮਤਲਬ ਇਸ ਵਿੱਚ 2 ਹਾਈਡਰੋਜਨ ਦੇ ਪਰਮਾਣੂ ਔਰ ਇੱਕ ਆਕਸੀਜਨ ਦਾ ਪਰਮਾਣੂ ਆਪਸ ਵਿੱਚ ਮਿਲ ਕੇ ਪਾਣੀ ਦਾ ਨਿਰਮਾਣ ਕਰਦੇ ਹਨ। ਹੁਣ ਇੱਥੇ ਕਿਹਾ ਗਿਆ ਕਿ ਵੱਖ-ਵੱਖ ਤੱਤਾਂ ਦੇ ਪਰਮਾਣੂ ਆਪਸ ਵਿੱਚ ਇੱਕ ਪੂਰਨ ਸੰਖਿਆ ਯਾਨੀ ਕਿ ਹੋਲ ਨੰਬਰ ਦੇ ਅਨੁਪਾਤ ਵਿੱਚ ਸੰਯੋਗ ਕਰਕੇ ਯੌਗਿਕ ਬਣਾਉਂਦੇ ਹਨ। ਪੂਰਨ ਸੰਖਿਆ ਦਾ ਮਤਲਬ ਇਹ ਹੈ ਕਿ ਜਿੱਦਾਂ ਹਾਈਡਰੋਜਨ ਹੈ ਜਾਂ ਤਾਂ ਇੱਕ ਜੁੜੂਗਾ ਆਕਸੀਜਨ ਨਾਲ ਜਾਂ 2 ਜੁੜੂਗੇ। ਏਦਾਂ ਨਹੀਂ ਹੋਣਾ ਕਿ 1.5 ਹਾਈਡਰੋਜਨ ਜਾਂ 1/3 ਆਕਸੀਜਨ, ਇਦਾਂ ਕੁਝ ਨਹੀਂ ਹੋਣਾ। ਜਦੋਂ ਵੀ ਯੌਗਿਕ ਬਣਨਗੇ ਤਾਂ ਉਸ ਵਿੱਚ ਪੂਰਨ ਸੰਖਿਆ ਦੇ ਅਨੁਪਾਤ ਵਿੱਚ ਹੀ ਜਿਹੜੇ ਤੱਤ ਹੈ ਉਹਨਾਂ ਦਾ ਸੰਯੋਗ ਹੋਏਗਾ, ਠੀਕ ਹੈ ਜੀ। ਹੁਣ ਅਸੀਂ ਆ ਜਾਂਦੇ ਹਾਂ ਆਖਰੀ ਪੁਆਇੰਟ ਤੇ। ਆਖਰੀ ਪੁਆਇੰਟ ਜਿਹੜਾ ਹੈ ਉਸ ਵਿੱਚ ਅਸੀਂ ਦੇਖਣਾ ਹੈ ਕਿ ਕਿਸੇ ਵੀ ਯੌਗਿਕ ਦੇ ਪਰਮਾਣੂਆਂ ਦੀ ਸਾਪੇਖ ਸੰਖਿਆ ਅਤੇ ਕਿਸਮਾਂ ਨਿਸ਼ਚਿਤ ਹੁੰਦੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ ਜਿੱਦਾਂ ਮੰਨ ਲਓ ਤੁਹਾਡੇ ਕੋਲ ਉਦਾਹਰਣ ਹੈ ਪਾਣੀ ਦਾ, ਠੀਕ ਹੈ। ਤੁਸੀਂ ਪਹਿਲਾਂ ਵੀ ਇੱਥੇ ਉਦਾਹਰਣ ਦੇਖਿਆ ਪਾਣੀ ਦਾ ਕਿ ਜੇਕਰ ਹੁਣ ਅਸੀਂ ਪਾਣੀ ਦਾ ਉਦਾਹਰਣ ਲਈਏ ਤਾਂ ਇਸ ਵਿੱਚ ਸਾਪੇਖ ਸੰਖਿਆ ਯਾਨੀ ਕਿ ਜੇਕਰ ਇਹ ਪਾਣੀ ਹੈ, ਚਾਹੇ ਤੁਸੀਂ ਕਿਤੇ ਤੋਂ ਵੀ ਲਿਆ, ਚਾਹੇ ਇਹਨੂੰ ਤੁਸੀਂ ਲੈਬੋਰੇਟਰੀ 'ਚ ਤਿਆਰ ਕੀਤਾ ਜਾਂ ਤੁਹਾਡੇ ਕੋਲ ਬਾਰਿਸ਼ ਦਾ ਪਾਣੀ ਹੈ ਜਾਂ ਖੂਹ ਦਾ ਪਾਣੀ ਹੈ, ਜਦੋਂ ਤੱਕ ਇਹ ਪਾਣੀ ਹੈ ਤਾਂ ਇਸ ਵਿੱਚ ਪਰਮਾਣੂਆਂ ਦੀ ਸਾਪੇਖ ਸੰਖਿਆ ਅਤੇ ਕਿਸਮ ਨਿਸ਼ਚਿਤ ਹੋਏਗੀ। ਯਾਨੀ ਕਿ ਇਸ ਵਿੱਚ ਪਾਣੀ ਵਿੱਚ ਹਮੇਸ਼ਾ 2 ਐਟਮ ਹਾਈਡਰੋਜਨ ਦੇ ਹੋਣਗੇ ਯਾਨੀ ਕਿ 2 ਪਰਮਾਣੂ ਹਾਈਡਰੋਜਨ ਦੇ ਹੋਣਗੇ ਤੇ ਇੱਕ ਆਕਸੀਜਨ ਦਾ ਹੋ ਗਿਆ। ਇਹ ਤਾਂ ਹੈ ਸਾਪੇਖ ਸੰਖਿਆ ਅਤੇ ਇਸ ਵਿੱਚ ਹਮੇਸ਼ਾ ਹਾਈਡਰੋਜਨ ਅਤੇ ਆਕਸੀਜਨ ਹੀ ਹੋਣਗੇ, ਠੀਕ ਹੈ ਜੀ। ਇੱਕ ਤਾਂ ਤੱਤ ਉਹੀ ਰਹਿਣੇ ਨੇ, ਦੂਸਰਾ ਉਹਨਾਂ ਦੀ ਸੰਖਿਆ, ਉਹਨਾਂ ਦੇ ਪਰਮਾਣੂਆਂ ਦੀ ਸੰਖਿਆ ਵੀ ਉਨੀ ਹੀ ਰਹਿਣੀ ਹੈ। ਇਸੇ ਤਰ੍ਹਾਂ ਜੇ ਕੋਈ ਚੀਜ਼ ਤੁਸੀਂ ਇੱਕ ਹੋਰ ਉਦਾਹਰਣ ਲਓ, ਇਹ ਦੇਖੋ ਇਹ ਹੈ ਕਾਰਬਨ ਮੋਨੋਆਕਸਾਈਡ। ਇਸ ਦੇ ਵਿੱਚ ਦੋ ਹੀ ਤਰ੍ਹਾਂ ਦੇ ਪਰਮਾਣੂ ਹੋਣਗੇ ਯਾਨੀ ਕਿ ਇੱਕ ਤੱਤ ਹੋਏਗਾ ਕਾਰਬਨ ਤੇ ਦੂਜਾ ਹੋਏਗਾ ਆਕਸੀਜਨ ਔਰ ਕਾਰਬਨ ਦਾ ਵੀ ਇਸ ਵਿੱਚ ਇੱਕ ਪਰਮਾਣੂ ਹੈ ਤੇ ਆਕਸੀਜਨ ਦਾ ਵੀ ਇੱਕ। ਯਾਨੀ ਕਿ ਇੱਥੇ ਵੀ ਇਹੀ ਚੀਜ਼ ਪਤਾ ਲੱਗੀ ਕਿ ਜਦੋਂ ਤੱਕ
ਕਿਸੇ ਵੀ ਯੌਗਿਕ ਦੇ ਪਰਮਾਣੂ, ਜਦੋਂ ਵੀ ਕੋਈ ਯੌਗਿਕ ਨਿਸ਼ਚਿਤ ਹੈ ਤਾਂ ਉਸ ਵਿੱਚ ਕਿਸੇ ਵੀ ਯੌਗਿਕ ਵਿੱਚ ਪਰਮਾਣੂਆਂ ਦੀ ਸਾਪੇਖ ਸੰਖਿਆ ਅਤੇ ਕਿਸਮਾਂ ਨਿਸ਼ਚਿਤ ਹੋਣਗੀਆਂ। ਠੀਕ ਹੈ ਜੀ। ਪਾਣੀ ਔਰ ਕਾਰਬਨ ਡਾਈਆਕਸਾਈਡ ਦਾ ਅਸੀਂ ਉਦਾਹਰਨ, ਕਾਰਬਨ ਮੋਨੋਆਕਸਾਈਡ ਦਾ ਅਸੀਂ ਉਦਾਹਰਨ ਦੇਖ ਲਿਆ। ਹੁਣ ਅਸੀਂ ਆਉਂਦੇ ਹਾਂ ਕਾਰਬਨ ਡਾਈਆਕਸਾਈਡ। ਇਹ ਨੀਚੇ ਕੋਨੇ ਵਿੱਚ ਦੇਖੋ, ਇਹ ਹੈ ਕਾਰਬਨ ਡਾਈਆਕਸਾਈਡ। ਹੁਣ ਇਹਦੇ ਵਿੱਚ ਦੇਖੋ, ਇੱਕ ਤੱਤ ਹੈ ਕਾਰਬਨ ਅਤੇ ਦੂਜਾ ਤੱਤ ਹੈ ਆਕਸੀਜਨ। ਕਾਰਬਨ ਦਾ ਇੱਕ ਪਰਮਾਣੂ ਹੈ ਇਸ ਵਿੱਚ ਅਤੇ ਆਕਸੀਜਨ ਦੇ ਦੋ ਹਨ। ਜਦੋਂ ਤੱਕ ਇਹ ਯੌਗਿਕ ਕਾਰਬਨ ਡਾਈਆਕਸਾਈਡ ਦਾ ਹੈ ਤਾਂ ਇਸ ਵਿੱਚ ਕਾਰਬਨ ਅਤੇ ਆਕਸੀਜਨ ਹੀ ਹੋਣਗੇ ਔਰ ਇਸ ਵਿੱਚ ਹਮੇਸ਼ਾ ਕਾਰਬਨ ਦਾ ਐਟਮ ਇੱਕ ਹੋਏਗਾ, ਕਾਰਬਨ ਦਾ ਪਰਮਾਣੂ ਇੱਕ ਹੋਏਗਾ ਅਤੇ ਆਕਸੀਜਨ ਦੇ ਪਰਮਾਣੂ ਦੋ ਹੋਣਗੇ। ਇਸ ਤਰ੍ਹਾਂ ਇਹ 6 ਦੇ 6 ਪੁਆਇੰਟ ਤੁਹਾਨੂੰ ਕਲੀਅਰ ਹੋ ਗਏ। ਇਹੀ ਸਨ ਡਾਲਟਨ ਦੇ ਪਰਮਾਣੂ ਸਿਧਾਂਤਾਂ ਦੀ ਵਿਆਖਿਆ। ਹਾਂਜੀ ਬੱਚੋ, ਮੈਨੂੰ ਯਕੀਨ ਹੈ ਕਿ ਤੁਹਾਨੂੰ ਪਰਮਾਣੂ ਅਤੇ ਅਣੂ ਨਾਂ ਦਾ ਇਹ ਚੈਪਟਰ ਇੰਟਰਸਟਿੰਗ ਲੱਗਿਆ ਹੋਵੇਗਾ ਅਤੇ ਇੱਥੇ ਤੱਕ ਪੜ੍ਹਾਈ ਕਰਨ ਤੋਂ ਬਾਅਦ ਹੁਣ ਤੁਸੀਂ ਪੁੰਜ ਸੁਰੱਖਿਆ ਨਿਯਮ, ਸਥਿਰ ਅਨੁਪਾਤ ਨਿਯਮ ਅਤੇ ਡਾਲਟਨ ਦੇ ਪਰਮਾਣੂ ਸਿਧਾਂਤ, ਇਹਨਾਂ ਨਾਲ ਸੰਬੰਧਿਤ ਸਾਰੇ ਪ੍ਰਸ਼ਨਾਂ ਦੇ ਉੱਤਰ ਬੜੀ ਆਸਾਨੀ ਨਾਲ ਦੇ ਸਕੋਗੇ ਔਰ ਤੁਹਾਨੂੰ ਇਹ ਟੌਪਿਕ ਹਮੇਸ਼ਾ ਵਾਸਤੇ ਇੰਟਰਸਟਿੰਗ ਲੱਗਣਗੇ।